ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਪਹਿਲੀਆਂ 3 ਵੀਡੀਓ ਦੇ ਵਿੱਚ ਆਪ ਜੀ ਨੇ 3 ਹਕਾਇਤਾਂ ਸਰਵਣ ਕੀਤੀਆਂ ਨੇ ਤੇ ਆਓ ਸਮਾਂ ਨਾ ਗਵਾਉਂਦੇ ਹੋਏ ਚੌਥੀ ਹਕਾਇਤ ਸ਼ੁਰੂ ਕਰੀਏ। ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਫਰਨਾਮੇ ਤੋਂ ਬਾਅਦ ਔਰੰਗਜ਼ੇਬ ਨੂੰ ਕੀ ਸੁਨੇਹਾ ਦੇ ਰਹੇ ਨੇ, ਆਓ ਸਰਵਣ ਕਰਦੇ ਹਾਂ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਸ ਪ੍ਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਮੇਰੇ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਸੰਬੋਧਿਤ ਕਰਦੇ ਹਨ। ਪਹਿਲਾਂ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੇ ਹਨ, ਪ੍ਰਮਾਤਮਾ ਦੇ ਬਾਰੇ ਦੱਸਦੇ ਨੇ। ਕਹਿੰਦੇ ਨੇ, ਉਹ ਪ੍ਰਮਾਤਮਾ ਰੋਜੀ ਦੇਣ ਵਾਲਾ, ਖਾਣਾ ਵਰਤਾਉਣ ਵਾਲਾ ਅਤੇ ਮਿਹਰਬਾਨ ਹੈ। ਉਹ ਬੰਧਨਾਂ ਤੋਂ ਮੁਕਤ ਕਰਨ ਵਾਲਾ, ਅਸਲ ਰਾਹ ਦੱਸਣ ਵਾਲਾ ਅਤੇ ਕਿਰਪਾਲੂ ਹੈ। ਪਰਮਾਤਮਾ ਦਿਲ ਦੇ ਵਧਾਉਣ ਵਾਲਾ, ਬੁੱਧੀ ਦੇਣ ਵਾਲਾ ਅਤੇ ਨਿਆਂਕਾਰੀ ਹੈ। ਭਾਣੇ ਵਿੱਚ ਰਹਿਣ ਦੀ ਹਿੰਮਤ ਬਖਸ਼ਣ ਵਾਲਾ, ਰੋਜੀ ਦੇਣ ਵਾਲਾ ਅਤੇ ਸਭ ਗੁਣਾਂ ਦਾ ਦਾਤਾ ਹੈ। ਐ ਔਰੰਗਜ਼ੇਬ, ਮੈਂ ਇੱਕ ਨੇਕ ਔਰਤ ਦੀ ਕਹਾਣੀ ਸੁਣੀ ਹੈ, ਜਿਸ ਦਾ ਕੱਦ ਨਦੀ ਕੰਢੇ ਬਣੇ ਬਾਗ ਵਿੱਚ ਸਰੂ ਦੇ ਕੱਦ ਜਿੱਡਾ ਸੀ। ਉਸ ਇਸਤਰੀ ਦਾ ਪਿਤਾ ਪਹਾੜੀ ਮੁਲਕ ਦਾ ਰਾਜਾ ਸੀ, ਜੋ ਬੜੀ ਮਿੱਠੀ ਜ਼ਬਾਨ ਵਾਲਾ ਅਤੇ ਧਰਮ ਨਾਲ ਪਿਆਰ ਕਰਨ ਵਾਲਾ ਸੀ। ਉਹ ਰਾਜਾ ਸਭ ਪਰਿਵਾਰ ਸਮੇਤ ਗੰਗਾ ਦਾ ਇਸ਼ਨਾਨ ਕਰਨ ਲਈ ਇੰਨੀ ਤੇਜ਼ੀ ਨਾਲ ਆਇਆ, ਜਿਵੇਂ ਕਮਾਨ ਵਿੱਚੋਂ ਤੀਰ ਜਾਂ ਬੰਦੂਕ ਵਿੱਚੋਂ ਗੋਲੀ ਨਿਕਲ ਕੇ ਆਉਂਦੀ ਹੈ। ਰਾਜੇ ਦੀ ਇਹ ਇੱਛਾ ਹੋਈ ਕਿ ਮੈਂ ਆਪਣੀ ਲੜਕੀ ਦਾ ਸਵੰਬਰ ਕਰਾਂ। ਜੋ ਇਸ ਨੂੰ ਕੋਈ ਲੜਕਾ ਪਸੰਦ ਆ ਜਾਵੇ ਤਾਂ ਮੈਂ ਉਸ ਨਾਲ ਇਸ ਦਾ ਵਿਆਹ ਕਰ ਦਿਆਂ। ਰਾਜੇ ਨੇ ਆਪਣੀ ਲੜਕੀ ਨੂੰ ਕਿਹਾ ਕਿ ਇਹ ਪਵਿੱਤਰ ਆਤਮਾ, ਸਵੰਬਰ ਸਮੇਂ ਜਿਹੜਾ ਲੜਕਾ ਤੈਨੂੰ ਪਸੰਦ ਆਉਂਦਾ ਹੈ, ਤੂੰ ਉਸ ਨਾਲ ਵਿਆਹ ਕਰ ਲੈ। ਰਾਜੇ ਨੇ ਫਿਰ ਉਸ ਲੜਕੀ ਨੂੰ 7 ਛੱਤਾਂ ਵਾਲੀ ਅਟਾਰੀ 'ਤੇ ਬਿਠਾ ਦਿੱਤਾ, ਜਿਸ ਦੀ ਸੁੰਦਰਤਾ ਚੰਦਰਮਾ ਤੇ ਸੂਰਜ ਵਾਂਗੂ ਪ੍ਰਕਾਸ਼ਮਾਨ ਸੀ। ਬਾਦਸ਼ਾਹ ਦੇ ਹੁਕਮ ਅਨੁਸਾਰ ਢੋਲਾਂ ਵਾਲਿਆਂ ਨੇ ਢੋਲਾਂ ਦਾ ਮੂੰਹ ਖੋਲ੍ਹਿਆ, ਭਾਵ ਖੂਬ ਢੋਲ ਵਜਾਏ। ਬਾਦਸ਼ਾਹ ਨੇ ਆਪਣੇ ਬਚਨ ਦਾ ਉੱਤਰ ਲੈਣ ਦਾ ਭਾਰ ਜ਼ਿੰਮੇਵਾਰੀ ਆਪਣੀ ਲੜਕੀ 'ਤੇ ਰੱਖੀ। ਰਾਜੇ ਨੇ ਕਿਹਾ ਕਿ ਹੇ ਪੁੱਤਰੀ, ਇੱਥੇ ਬੇਸ਼ੁਮਾਰ ਰਾਜੇ ਇਕੱਠੇ ਹੋਏ ਹਨ, ਜਿਹੜੇ ਕਿ ਯੁੱਧ ਕਲਾ ਵਿੱਚ ਭਲੀ ਭਾਂਤ ਨਿਪੁੰਨ ਹਨ। ਹੇ ਪੁੱਤਰੀ, ਪਹਿਲਾਂ ਤੂੰ ਇਹਨਾਂ ਵਿੱਚੋਂ ਜਿਸ ਨੂੰ ਚਾਹੇ ਪਸੰਦ ਕਰ ਲੈ, ਫਿਰ ਉਹ ਮੇਰਾ ਜਵਾਈ ਬਣ ਕੇ ਆਵੇਗਾ। ਰਾਜੇ ਨੇ ਉਸ ਲੜਕੀ ਨੂੰ ਬੇਸ਼ੁਮਾਰ ਰਾਜੇ ਵਿਖਾਏ, ਪਰ ਉਸ ਨੂੰ ਕਾਰ ਵਿਹਾਰ ਤੋਂ ਕੋਈ ਰਾਜਾ ਵੀ ਪਸੰਦ ਨਾ ਆਇਆ। ਉਸ ਲੜਕੀ ਨੂੰ ਆਖਰਕਾਰ ਸੁਭੱਟ ਸਿੰਘ ਨਾਂ ਦਾ ਇੱਕ ਰਾਜਾ ਪਸੰਦ ਆਇਆ, ਜੋ ਮਗਰਮੱਛ ਵਾਂਗੂ ਗੱਜਣ ਵਾਲਾ ਸੀ, ਅਤੇ ਇੱਕ ਬਹੁਤ ਬਹਾਦਰ ਰਾਜਾ ਸੀ, ਜੋ ਜੰਗ ਵਿੱਚ ਨਿਡਰ ਹੋ ਕੇ ਗੱਜਣ ਵਾਲਾ ਸੀ। ਉਹ ਲੜਕੀ ਨੂੰ ਪਸੰਦ ਆਇਆ। ਰਾਜੇ ਨੇ ਸਭ ਸੋਹਣੇ ਸੋਹਣੇ ਰਾਜੇ ਸੱਦ ਲਏ ਅਤੇ ਸਭ ਨੂੰ ਸਭਾ ਵਿੱਚ ਅੱਡ ਅੱਡ ਕੁਰਸੀਆਂ 'ਤੇ ਬਿਠਾ ਦਿੱਤਾ। ਰਾਜੇ ਨੇ ਪੁੱਛਿਆ ਕਿ ਹੇ ਚੰਗੇ ਸੁਭਾਅ ਵਾਲੀ ਪੁੱਤਰੀ, ਤੈਨੂੰ ਇਹਨਾਂ ਰਾਜਿਆਂ ਵਿੱਚੋਂ ਕਿਹੜਾ ਰਾਜਾ ਪਸੰਦ ਹੈ? ਰਾਜੇ ਨੇ ਜਨੇਊ ਧਾਰਨ ਵਾਲੇ ਬ੍ਰਾਹਮਣ ਨੂੰ ਅੱਗੇ ਤੋਰ ਦਿੱਤਾ। ਉਸ ਨੇ ਕਿਹਾ ਕਿ ਇਹ ਉੱਤਰ ਦੇਸ਼ ਦਾ ਰਾਜਾ ਹੈ। ਬ੍ਰਾਹਮਣ ਨੇ ਸਭ ਨੂੰ ਸੁਣਾ ਕੇ ਕਿਹਾ ਕਿ ਰਾਜਾ ਆਪਣੀ ਪੁੱਤਰੀ ਬਛੱਤਰਾ ਮਿਤੀ ਦਾ ਵਿਆਹ ਕਰਨਾ ਚਾਹੁੰਦਾ ਹੈ, ਜਿਸ ਲੜਕੀ ਦੀ ਸੁੰਦਰਤਾ ਆਕਾਸ਼ ਦੇ ਚੰਦਰਮਾ ਅਤੇ ਧਰਤੀ ਦੇ ਸੂਰਜ ਵਾਂਗੂ ਪ੍ਰਕਾਸ਼ਵਾਨ ਹੈ। ਰਾਜੇ ਦੀ ਲੜਕੀ ਨੇ ਆਖਿਆ ਕਿ ਇਹਨਾਂ ਸਾਰਿਆਂ ਰਾਜਿਆਂ ਵਿੱਚੋਂ ਮੇਰੀ ਨਜ਼ਰ ਹੇਠ ਕੋਈ ਨਹੀਂ ਆਇਆ। ਲੜਕੀ ਦੀ ਇਹ ਗੱਲ ਸੁਣ ਕੇ ਰਾਜੇ ਨੇ ਫਿਰ ਆਖਿਆ ਕਿ ਇਹ ਗੁਣਾਂ ਨਾਲ ਭਰਪੂਰ ਪੁੱਤਰੀ, ਤੂੰ ਇਹਨਾਂ ਰਾਜਿਆਂ ਨੂੰ ਚੰਗੀ ਤਰ੍ਹਾਂ ਵੇਖ। ਉਸ ਇਸਤਰੀ ਨੇ ਫਿਰ ਸਭਨਾਂ ਰਾਜਿਆਂ ਵੱਲ ਵੇਖਿਆ, ਪਰ ਉਸ ਨੂੰ ਕੋਈ ਵੀ ਰਾਜਾ ਪਸੰਦ ਨਾ ਆਇਆ, ਜੋ ਉਸ ਦੇ ਦਿਲ ਨੂੰ ਜਾਂ ਚੰਗਾ ਲੱਗੇ, ਭਾਵ ਕਿ ਉਸ ਦਾ ਦਿਲ ਦਾ ਨਗੀਨਾ ਬਣ ਸਕੇ। ਇਸ ਤੋਂ ਪਿੱਛੋਂ ਉਸ ਦਿਨ ਸਵੰਬਰ ਮੁਲਤਵੀ ਹੋ ਗਿਆ ਅਤੇ ਪ੍ਰਬੰਧਕ ਉੱਠ ਕੇ ਚਲੇ ਗਏ ਅਤੇ ਨੌਕਰਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਦੂਜੇ ਦਿਨ ਸੁਨਹਿਰੀ ਢਾਲ ਵਾਲਾ ਰਾਜਾ ਤਖਤ 'ਤੇ ਆ ਬੈਠਾ, ਜਿਸ ਦਾ ਪ੍ਰਕਾਸ਼ ਮੋਤੀਆਂ ਵਾਂਗੂ ਫੈਲ ਰਿਹਾ ਸੀ। ਰਾਜੇ ਨੇ ਦੂਜੇ ਦਿਨ ਸਭ ਰਾਜਿਆਂ ਨੂੰ ਦਰਬਾਰ ਵਿੱਚ ਬੁਲਾਇਆ ਅਤੇ ਦੂਸਰੇ ਢੰਗ ਨਾਲ ਸਭਾ ਨੂੰ ਸਜਾਇਆ। ਰਾਜੇ ਨੇ ਆਪਣੀ ਲੜਕੀ ਨੂੰ ਕਿਹਾ ਕਿ ਇਹ ਮਨ ਨੂੰ ਮੋਹਣ ਵਾਲੀ ਪੁੱਤਰੀ, ਤੂੰ ਸਭਨਾਂ ਰਾਜਿਆਂ ਦੇ ਚਿਹਰਿਆਂ ਨੂੰ ਵੇਖ। ਤੇਰੀ ਨਜ਼ਰ ਵਿੱਚ ਜਿਹੜਾ ਰਾਜਾ ਚੰਗਾ ਹੈ ਜਾਂ ਕਿਹੜਾ ਰਾਜਾ ਤੈਨੂੰ ਠੀਕ ਜੱਚਦਾ ਹੈ। ਪਿਤਾ ਦਾ ਬਚਨ ਸੁਣ ਕੇ ਬਾਗ ਦਾ ਫੁੱਲ ਸਭਾ ਵਿੱਚ ਆਇਆ, ਭਾਵ ਰਾਜਕੁਮਾਰੀ ਦਰਬਾਰ ਵਿੱਚ ਆਈ, ਜਿਸ ਦੇ ਸਰੀਰ ਦਾ ਰੰਗ ਸੋਨੇ ਦੇ ਪਾਣੀ ਵਰਗਾ ਸੁਨਹਿਰੀ ਅਤੇ ਸਰੀਰ ਪਾਰੇ ਵਾਂਗੂ ਚੰਚਲ ਸੀ। ਰਾਜਕੁਮਾਰੀ ਬੇਸ਼ੁਮਾਰ ਰਾਜਿਆਂ ਵੱਲ ਤੁਰ ਪਈ, ਜਿਸ ਦਾ ਰੰਗ ਬਸੰਤ ਰੁੱਤ ਦੇ ਖਿੜੇ ਲਾਲ ਫੁੱਲ ਵਰਗਾ ਸੀ। ਰਾਜਕੁਮਾਰੀ ਨੇ ਬੇਅੰਤ ਰਾਜਿਆਂ ਦਾ ਦਿਲ ਚੁਰਾ ਲਿਆ। ਉਹ ਰਾਜਕੁਮਾਰੀ ਦਾ ਰੂਪ ਵੇਖ ਕੇ ਇਉਂ ਧਰਤੀ 'ਤੇ ਡਿੱਗ ਰਹੇ ਸਨ, ਜਿਵੇਂ ਸੂਰਮੇ ਰਣਭੂਮੀ ਵਿੱਚ ਡਿੱਗਦੇ ਹਨ। ਰਾਜਿਆਂ ਨੂੰ ਹੈਰਾਨ ਹੋਇਆਂ ਨੂੰ ਵੇਖ ਕੇ ਬ੍ਰਾਹਮਣ ਨੇ ਲਲਕਾਰਾ ਮਾਰਿਆ ਕਿ ਹੇ ਰਾਜਿਓ, ਇਹ ਲੜਕੀ ਉੱਤਰ ਦੇਸ਼ ਦੇ ਚੰਗੇ ਰਾਜੇ ਦੀ ਲੜਕੀ ਹੈ। ਇਹ ਬਛੱਤਰਾ ਮਤੀ ਨਾਂ ਦੀ ਲੜਕੀ ਰਾਜੇ ਦੀ ਪੁੱਤਰੀ ਹੈ। ਆਕਾਸ਼ ਦੇ ਚੰਦ ਵਰਗੀ ਸੁੰਦਰ ਹੈ ਅਤੇ ਪਰੀਆਂ ਵਰਗਾ ਇਸ ਦਾ ਕੋਮਲ ਸਰੀਰ ਹੈ। ਆਕਾਸ਼ ਦੇ ਚੰਦ ਵਾਂਗੂ ਇਹ ਸਵੰਬਰ ਵਿੱਚ ਆਈ ਹੈ। ਇਸ ਦੀਆਂ ਖੂਬੀਆਂ ਦੇਵਤਿਆਂ ਵਰਗੀਆਂ ਹਨ ਅਤੇ ਦੇਵਤਿਆਂ ਵਰਗਾ ਹੀ ਇਸ ਦਾ ਸਰੀਰ ਹੈ। ਹੁਣ ਅਸੀਂ ਵੇਖਦੇ ਹਾਂ ਕਿ ਭਾਗਾਂ ਦੀ ਦੌਲਤ ਕਿਸ ਦੀ ਮਦਦ ਕਰਦੀ ਹੈ। ਇਹ ਚੰਦਰਮਾ ਵਰਗੇ ਚਿਹਰੇ ਵਾਲੀ ਰਾਜਕੁਮਾਰੀ ਕਿਸ ਦੀ ਇੱਛਾ ਪੂਰੀ ਕਰਦੀ ਹੈ। ਰਾਜਕੁਮਾਰੀ ਨੂੰ ਸੁਭੱਟ ਸਿੰਘ ਨਾਂ ਦਾ ਰਾਜਾ ਪਸੰਦ ਆਇਆ, ਜਿਸ ਦਾ ਸੁਭਾਅ ਬੜੇ ਪ੍ਰਕਾਸ਼ ਵਾਲਾ ਅਤੇ ਹਮੇਸ਼ਾ ਹਸਮੁਖ ਰਹਿੰਦਾ ਸੀ। ਰਾਜੇ ਨੇ ਉਸੇ ਵੇਲੇ ਉਸ ਬ੍ਰਾਹਮਣ ਨੂੰ ਵਿਚੋਲਾ ਬਣਾ ਕੇ ਰਾਜਾ ਸੁਭੱਟ ਸਿੰਘ ਵੱਲ ਭੇਜ ਦਿੱਤਾ। ਬ੍ਰਾਹਮਣ ਨੇ ਜਾ ਕੇ ਸੁਭੱਟ ਸਿੰਘ ਨੂੰ ਕਿਹਾ ਕਿ ਹੇ ਬਾਦਸ਼ਾਹਾਂ ਦੇ ਬਾਦਸ਼ਾਹ ਅਤੇ ਇਸ ਜ਼ਮਾਨੇ ਵਿੱਚ ਪ੍ਰਕਾਸ਼ਵਾਨ, ਮੇਰੀ ਇੱਕ ਗੱਲ ਮੰਨੋ। ਇਹ ਰਾਜਕੁਮਾਰੀ ਪੋਸਤ ਦੇ ਫੁੱਲ ਵਾਂਗੂ ਸੁੰਦਰ ਅਤੇ ਚੰਬੇਲੀ ਦੇ ਫੁੱਲ ਵਰਗੀ ਕੋਮਲ ਹੈ। ਇਹ ਹਰ ਤਰ੍ਹਾਂ ਆਪ ਦੇ ਯੋਗ ਹੈ, ਇਸ ਲਈ ਆਪ ਇਸ ਨੂੰ ਵਰ ਲਵੋ। ਬ੍ਰਾਹਮਣ ਦੀ ਗੱਲ ਸੁਣ ਕੇ ਸੁਭੱਟ ਸਿੰਘ ਨੇ ਆਖਿਆ ਕਿ ਮੇਰੇ ਘਰ ਅੱਗੇ ਇੱਕ ਇਸਤਰੀ ਹੈ, ਜਿਸ ਦੀਆਂ ਅੱਖਾਂ ਹਿਰਨ ਦੇ ਬੱਚੇ ਵਾਂਗ ਸੁੰਦਰ ਹਨ, ਭਾਵ ਜਿਸ ਤਰ੍ਹਾਂ ਹਿਰਨ ਦਾ ਬੱਚਾ ਸੁੰਦਰ, ਕੋਮਲ ਅਤੇ ਸੋਹਣੀਆਂ ਅੱਖਾਂ ਵਾਲਾ ਹੁੰਦਾ ਹੈ, ਇਸੇ ਤਰ੍ਹਾਂ ਮੇਰੀ ਇਸਤਰੀ ਬੜੀ ਸੁੰਦਰ ਅਤੇ ਕੋਮਲ ਹੈ। ਇਸ ਕਾਰਨ ਕਰਕੇ ਮੈਂ ਕਦੇ ਵੀ ਇਸ ਰਾਜਕੁਮਾਰੀ ਨੂੰ ਪ੍ਰਵਾਨ ਨਹੀਂ ਕਰਾਂਗਾ। ਮੈਨੂੰ ਕੁਰਾਨ ਦਾ ਹੁਕਮ ਹੈ ਅਤੇ ਰਸੂਲ ਦੀ ਸਹੁੰ ਹੈ। ਜਦੋਂ ਰਾਜਕੁਮਾਰੀ ਬਛੱਤਰਾ ਮਤੀ ਦੇ ਕੰਨ ਵਿੱਚ ਇਹ ਗੱਲ ਪਈ ਤਾਂ ਰਾਜਾ ਸੁਭੱਟ ਸਿੰਘ ਮੈਨੂੰ ਰਾਣੀ ਬਣਾਉਣ ਲਈ ਤਿਆਰ ਨਹੀਂ, ਤਾਂ ਉਸਨੇ ਨੇਕ ਲੜਕੀ ਨੇ, ਜੋ ਕਿ ਬੜੇ ਗੁੱਸੇ ਵਿੱਚ ਆ ਗਈ। ਰਾਜਕੁਮਾਰੀ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਜਿਹੜਾ ਆਦਮੀ ਮੇਰੇ ਨਾਲ ਲੜ ਕੇ ਜੰਗ ਵਿੱਚ ਮੈਨੂੰ ਜਿੱਤੇਗਾ, ਉਹ ਹੀ ਮੇਰਾ ਪਤੀ ਅਤੇ ਇਸ ਦੇਸ਼ ਦਾ ਰਾਜਾ ਹੋਵੇਗਾ।
ਰਾਜਕੁਮਾਰੀ ਨੇ ਝਟਪਟ ਜੰਗ ਸ਼ੁਰੂ ਕਰ ਦਿੱਤੀ ਤੇ ਸਰੀਰ ਤੇ ਫੌਲਾਦ ਦੀ ਸੰਜੋਗ ਪਹਿਨ ਲਈ। ਪੂਰਨਮਾਸੀ ਦੇ ਚੰਦ ਵਰਗੇ ਰੂਪ ਵਾਲੀ ਰਾਜਕੁਮਾਰੀ ਰੱਥ ਤੇ ਬੈਠ ਗਈ ਤੇ ਲੱਕ ਨਾਲ ਤਲਵਾਰ ਬੰਨ੍ਹ ਲਈ ਤੇ ਹੱਥ ਵਿੱਚ ਤੀਰ ਫੜ ਲਏ। ਰਾਜਕੁਮਾਰੀ ਸ਼ੇਰ ਵਾਂਗੂ ਗੱਜਦੀ ਹੋਈ ਯੁੱਧ ਭੂਮੀ ਵਿੱਚ ਆ ਗਈ। ਉਹ ਸ਼ੇਰਾਂ ਨੂੰ ਭਟਕਾਉਣ ਵਾਲੀ ਤੇ ਦਿਲ ਦੀ ਦਲੇਰ ਸੀ। ਰਾਜਕੁਮਾਰੀ ਨੇ ਸੰਜੋਗ ਪਹਿਨ ਕੇ ਬੜੇ ਜੋਸ਼ ਨਾਲ ਜੰਗ ਕੀਤਾ ਤੇ ਤੀਰਾਂ ਤੇ ਬੰਦੂਕਾਂ ਨਾਲ ਜੰਗ ਜਿੱਤਣ ਦਾ ਯਤਨ ਕੀਤਾ। ਰਾਜਕੁਮਾਰੀ ਨੇ ਜੰਗ ਵਿੱਚ ਤੀਰਾਂ ਦੀ ਇਹੋ ਜਿਹੀ ਵਰਖਾ ਕੀਤੀ ਕਿ ਦੁਸ਼ਮਣ ਦੀ ਬੇਸ਼ੁਮਾਰ ਫੌਜ ਮਾਰੀ ਗਈ। ਜੰਗ ਵਿੱਚ ਤੀਰਾਂ ਤੇ ਗੋਲੀਆਂ ਦੀ ਐਨੀ ਵਰਖਾ ਹੋਈ ਕਿ ਬੇਅੰਤ ਸੂਰਮੇ ਇਸ ਜੰਗ ਵਿੱਚ ਮਾਰੇ ਗਏ। ਇਸ ਜੰਗ ਵਿੱਚ ਗੱਜ ਸਿੰਘ ਨਾਂ ਦਾ ਰਾਜਾ ਇਸ ਤਰ੍ਹਾਂ ਝਟਪਟ ਹੱਲਾ ਕਰਕੇ ਆਇਆ ਜਿਵੇਂ ਕਮਾਨ ਵਿੱਚੋਂ ਤੀਰ ਛੁੱਟਦਾ ਹੈ ਜਾਂ ਬੰਦੂਕ ਦੇ ਵਿੱਚੋਂ ਗੋਲੀ ਨਿਕਲਦੀ ਹੈ। ਉਹ ਰਾਜਾ ਗੱਜ ਸਿੰਘ ਰਾਖਸ਼ ਵਾਂਗੂ ਗੁੱਸੇ ਨਾਲ ਆਇਆ। ਉਸ ਨੇ ਹੱਥ ਵਿੱਚ ਹਾਥੀ ਦੇ ਆਕਾਰ ਵਰਗਾ ਗੁਰਜ ਫੜਿਆ ਹੋਇਆ ਸੀ। ਦਲੇਰ ਇਸਤਰੀ ਨੇ ਉਸ ਸੂਰਮੇ ਨੂੰ ਇੱਕ ਤੀਰ ਮਾਰਿਆ ਜਿਸ ਦੇ ਲੱਗਣ ਨਾਲ ਗੱਜ ਸਿੰਘ ਘੋੜੇ ਤੋਂ ਖਾਕ ਭਾਵ ਧਰਤੀ ਵਿੱਚ ਮਿਲ ਗਿਆ। ਦੂਸਰਾ ਰਾਜਾ ਰਣ ਸਿੰਘ ਬੜੇ ਕ੍ਰੋਧ ਨਾਲ ਇਸ ਤਰ੍ਹਾਂ ਜੰਗ ਵਿੱਚ ਆਇਆ ਜਿਵੇਂ ਪਤੰਗਾ ਦੀਵੇ ਵੱਲ ਬੜੇ ਜੋਸ਼ ਨਾਲ ਆਉਂਦਾ ਹੈ। ਸ਼ੇਰ ਵਰਗੇ ਬਲਵਾਨ ਸਰੀਰ ਵਾਲੀ ਇਸਤਰੀ ਨੇ ਐਸੀ ਤਲਵਾਰ ਮਾਰੀ ਕਿ ਰਣ ਸਿੰਘ ਬਾਗ ਵਿੱਚ ਉੱਗੇ ਸਰੋਂ ਦੇ ਦਰਖਤ ਮੈਦਾਨ ਵਿੱਚ ਡਿੱਗ ਪੈਂਦਾ ਹੈ, ਇਵੇਂ ਡਿੱਗ ਪਿਆ। ਇੱਕ ਰਾਜਾ ਅੰਬੇਰ ਸ਼ਹਿਰ ਦਾ ਸੀ, ਦੂਜਾ ਜੋਧਪੁਰ ਦਾ। ਇਹ ਦੋਵੇਂ ਮੈਦਾਨੇ ਜੰਗ ਵਿੱਚ ਜੰਗ ਕਰਨ ਲਈ ਜਦ ਆਏ ਤਾਂ ਮੋਤੀ ਵਾਂਗੂ ਚਮਕਦੇ ਸਰੀਰ ਵਾਲੀ ਇਸਤਰੀ ਬੜੀ ਸ਼ਾਨ ਤੇ ਮਟਕ ਨਾਲ ਉਹਨਾਂ ਦੋਹਾਂ ਰਾਜਿਆਂ ਦੇ ਸਾਹਮਣੇ ਆਈ। ਉਹਨਾਂ ਰਾਜਿਆਂ ਨੇ ਆਉਂਦਿਆਂ ਹੀ ਬੜੇ ਜ਼ੋਰ ਨਾਲ ਉਸ ਇਸਤਰੀ ਦੀ ਢਾਲ ਤੇ ਤਲਵਾਰ ਮਾਰੀ। ਤਲਵਾਰ ਵੱਜਣ ਨਾਲ ਮੋਤੀਆਂ ਵਾਂਗੂ ਚਮਕਦੇ ਬਹੁਤ ਸਾਰੇ ਚੰਗਿਆੜੇ ਨਿਕਲੇ। ਉਹਨਾਂ ਦੇ ਮਰਨ ਉਪਰੰਤ ਤੀਜਾ ਰਾਜਾ ਬੂੰਦੀ ਰਿਆਸਤ ਦਾ ਬੜੀ ਦਲੇਰੀ ਨਾਲ ਜੰਗ ਵਿੱਚ ਆਇਆ, ਜਿਵੇਂ ਗੱਜਦਾ ਹੋਇਆ ਸ਼ੇਰ ਹਿਰਨ ਦੇ ਬੱਚੇ ਤੇ ਝਪਟਦਾ ਹੈ। ਉਸ ਰਾਜਕੁਮਾਰੀ ਨੇ ਉਸ ਦੇ ਭਰਵੱਟਿਆਂ ਵਿੱਚ ਐਸੇ ਜ਼ੋਰ ਨਾਲ ਤੀਰ ਮਾਰਿਆ ਕਿ ਅਮਰ ਸਿੰਘ ਰਾਜਾ ਇਉਂ ਧਰਤੀ ਤੇ ਡਿੱਗ ਪਿਆ ਜਿਵੇਂ ਟਾਹਣੀ ਤੋਂ ਨਿੰਬੂ ਡਿੱਗ ਪੈਂਦਾ। ਚੌਥਾ ਰਾਜਾ ਜੈ ਸਿੰਘ ਬੜੇ ਜੋਸ਼ ਨਾਲ ਜੰਗ ਵਿੱਚ ਇਸ ਤਰ੍ਹਾਂ ਗੁੱਸੇ ਨਾਲ ਆਇਆ ਜਿਵੇਂ ਬੜਾ ਭਾਰੀ ਪਹਾੜ ਆ ਗਿਆ ਹੋਵੇ। ਚੌਥੇ ਰਾਜੇ ਜੈ ਸਿੰਘ ਨੂੰ ਵੀ ਉਸ ਦੇ ਪਹਿਲੇ ਮਿੱਤਰਾਂ ਵਾਲਾ ਹੀ ਸ਼ਰਬਤ ਪਿਆਇਆ, ਭਾਵ ਮਾਰ ਦਿੱਤਾ। ਉਸ ਕੋਲੋਂ ਇੱਕ ਪੈਰ ਵੀ ਪਿੱਛੇ ਨਾ ਹੋਇਆ ਗਿਆ। ਫਿਰ ਇੱਕ ਬਾਦਸ਼ਾਹ ਫਰੰਗ ਦੇਸ਼ ਦਾ ਤੇ ਦੂਜਾ ਪਲੰਦ ਦੇਸ਼ ਦਾ, ਦੋਵੇਂ ਬੱਬਰ ਸ਼ੇਰ ਵਾਂਗ ਗੱਜਦੇ ਮੈਦਾਨ ਵਿੱਚ ਆਏ। ਤੀਸਰਾ ਬਾਦਸ਼ਾਹ ਅੰਗਰੇਜ਼ ਸੂਰਜ ਵਾਂਗੂ ਪ੍ਰਕਾਸ਼ਵਾਨ ਤੇ ਚੌਥਾ ਹਬਸ਼ ਦੇਸ਼ ਦਾ ਰਾਜਾ ਇਸ ਤਰ੍ਹਾਂ ਹੱਲਾ ਕਰਕੇ ਆਏ ਜਿਸ ਤਰ੍ਹਾਂ ਪਾਣੀ ਵਿੱਚ ਮਗਰਮੱਛ ਪੈਂਦਾ ਹੈ। ਰਾਜਕੁਮਾਰੀ ਨੇ ਪਹਿਲੇ ਬਾਦਸ਼ਾਹ ਨੂੰ ਨੇਜਾ ਮਾਰਿਆ ਤੇ ਦੂਜੇ ਨੂੰ ਮੁੱਕਾ, ਤੀਜੇ ਨੂੰ ਪੈਰ ਨਾਲ ਲਤਾੜਿਆ ਤੇ ਚੌਥੇ ਦਾ ਮੂੰਹ ਸਿਰ ਢਾਲ ਨਾਲ ਭੰਨ ਦਿੱਤਾ। ਉਹ ਚਾਰੇ ਸੂਰਮੇ ਅਜਿਹੇ ਡਿੱਗੇ ਕਿ ਫਿਰ ਨਾ ਉੱਠ ਸਕੇ। ਉਹਨਾਂ ਦੀ ਜਾਨ ਆਕਾਸ਼ ਵੱਲ ਉਡਾਰੀ ਮਾਰ ਗਈ, ਭਾਵ ਉਹ ਚਾਰੇ ਰਾਜੇ ਮਰ ਗਏ। ਹੋਰ ਕੋਈ ਜੰਗ ਕਰਨ ਦੀ ਇੱਛਾ ਨਾਲ ਰਾਜਕੁਮਾਰੀ ਦੇ ਸਾਹਮਣੇ ਨਾ ਆਇਆ, ਜਿਸ ਤਰ੍ਹਾਂ ਪਾਣੀ ਵਿੱਚ ਰਹਿਣ ਵਾਲੇ ਮਗਰਮੱਛ ਦੇ ਸਾਹਮਣੇ ਕੋਈ ਵੀ ਦਲੇਰੀ ਕਰਕੇ ਨਹੀਂ ਆਉਂਦਾ। ਰਾਤ ਦੇ ਸਮੇਂ ਰਾਤ ਦਾ ਬਾਦਸ਼ਾਹ ਚੰਦ ਆਪਣੀ ਤਾਰਿਆਂ ਰੂਪੀ ਫੌਜ ਲੈ ਕੇ ਚੜ੍ਹ ਪਿਆ। ਤਦ ਰਾਜਿਆਂ ਦੀ ਸੈਨਾ ਆਪਣੇ ਡੇਰਿਆਂ ਨੂੰ ਬੜੇ ਠਾਠ ਨਾਲ ਵਾਪਸ ਆ ਗਈ। ਫਿਰ ਦੂਜੇ ਦਿਨ ਰੋਸ਼ਨੀ ਦਾ ਸੋਮਾ ਸੂਰਜ ਆਪਣੇ ਤਖਤ ਤੇ ਆਇਆ, ਜਿਵੇਂ ਤਖਤ ਦਾ ਮਾਲਕ ਤਖਤ ਤੇ ਆ ਬੈਠਦਾ ਹੈ, ਭਾਵ ਆਕਾਸ਼ ਤੇ ਸੂਰਜ ਉਦੇ ਹੋ ਗਿਆ। ਦੋਹਾਂ ਪਾਸਿਆਂ ਦੇ ਯੋਧੇ ਕਮਰ ਕਸੇ ਬੰਨ੍ਹ ਕੇ ਅਤੇ ਢਾਲਾਂ ਫੜ ਕੇ ਰਣਭੂਮੀ ਵਿੱਚ ਗਏ। ਦੋਹਾਂ ਪਾਸਿਆਂ ਦੇ ਸੂਰਮੇ ਬੱਦਲ ਵਾਂਗੂ ਗੱਜਦੇ ਹੋਏ ਆਏ। ਕੁਝ ਜ਼ਖਮੀ ਹੋ ਗਏ ਤੇ ਕੁਝ ਮਰ ਗਏ। ਤੀਰਾਂ ਦੇ ਚੱਲਣ ਨਾਲ ਸਰਰ ਸਰਰ ਦੀ ਆਵਾਜ਼ ਆਉਣ ਲੱਗੀ। ਬੰਦੂਕਾਂ ਚੱਲਣ ਨਾਲ ਮੈਦਾਨ ਵਿੱਚ ਕਾੜ ਕਾੜ ਹੋਣ ਲੱਗੀ। ਸਭ ਪਾਸਿਆਂ ਤੋਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਤੀਰ, ਤੋਪਾਂ, ਤਲਵਾਰਾਂ, ਕੁਹਾੜਿਆਂ, ਨੇਜਿਆਂ, ਬਰਸ਼ਿਆਂ, ਬਾਣਾਂ ਤੇ ਢਾਲਾਂ ਆਦਿ ਸ਼ਸਤਰਾਂ ਨਾਲ ਬੜਾ ਭਾਰੀ ਜੰਗ ਹੋਇਆ। ਜੰਗ ਵਿੱਚ ਇੱਕ ਕਾਲੇ ਕਾਂ ਵਰਗਾ ਰਾਖਸ਼ ਆਇਆ ਜੋ ਸ਼ੇਰ ਵਾਂਗੂ ਗਰਜ ਰਿਹਾ ਸੀ ਤੇ ਮਸਤ ਹਾਥੀ ਵਾਂਗੂ ਮਤਵਾਲਾ ਸੀ। ਉਸ ਰਾਖਸ਼ ਨੇ ਬੱਦਲਾਂ ਦੀ ਵਰਖਾ ਵਾਂਗੂ ਤੀਰਾਂ ਦੀ ਵਰਖਾ ਕੀਤੀ ਤੇ ਉਸ ਦੀ ਤਲਵਾਰ ਬੱਦਲਾਂ ਵਿੱਚ ਬਿਜਲੀ ਵਾਂਗੂ ਚਮਕੀ। ਦੋਹਾਂ ਪਾਸਿਆਂ ਤੋਂ ਢੋਲਾਂ ਦੇ ਮੂੰਹ ਬੜੇ ਜੋਸ਼ ਵਿੱਚ ਆ ਗਏ। ਜੰਗ ਦਾ ਮੈਦਾਨ ਲਾਸ਼ਾਂ ਨਾਲ ਭਰ ਗਿਆ, ਭਾਵ ਰਣਭੂਮੀ ਵਿੱਚ ਮਾਰੂ ਵਾਜੇ ਬੜੇ ਜ਼ੋਰ ਨਾਲ ਵੱਜ ਰਹੇ ਸਨ ਤੇ ਸੂਰਮਿਆਂ ਦੀਆਂ ਲਾਸ਼ਾਂ ਨਾਲ ਮੈਦਾਨ ਭਰ ਗਿਆ। ਰਾਜਕੁਮਾਰੀ ਬਚਿੱਤਰਾ ਮਤੀ ਦਾ ਚਲਾਇਆ ਹੋਇਆ ਤੀਰ ਜਦੋਂ ਨਿਸ਼ਾਨੇ ਤੇ ਵੱਜਦਾ ਸੀ ਤਾਂ ਉਹ ਹਾਥੀਆਂ ਵਰਗੇ ਡੀਲ ਡੌਲ ਵਾਲੇ ਸੂਰਮਿਆਂ ਦੀਆਂ ਸੈਂਕੜੇ ਪਸਲੀਆਂ ਵਿੱਚੋਂ ਦੀ ਲੰਘ ਜਾਂਦਾ ਸੀ। ਰਾਜਕੁਮਾਰੀ ਨੇ ਉਸ ਦੈਂਤ ਨੂੰ ਬਹੁਤ ਸਾਰੇ ਤੀਰ ਮਾਰੇ, ਜਿਸ ਨਾਲ ਉਹ ਦੈਂਤ ਬੜੀ ਵੱਡੀ ਅਟਾਰੀ ਵਾਂਗੂ ਮੈਦਾਨ ਵਿੱਚ ਡਿੱਗ ਪਿਆ। ਫਿਰ ਦੂਸਰਾ ਰਾਖਸ਼ ਗਿਰਜ ਵਾਂਗੂ ਰਣਭੂਮੀ ਵਿੱਚ ਆਇਆ। ਉਹ ਇੱਕ ਸ਼ੇਰ ਵਰਗਾ ਭਾਰਾ ਤੇ ਚੀਤੇ ਵਰਗਾ ਫਰਤੀਲਾ ਸੀ। ਰਾਜਕੁਮਾਰੀ ਨੇ ਉਸ ਦੈਂਤ ਨੂੰ ਅਜਿਹਾ ਗੁਰਜ ਮਾਰਿਆ ਕਿ ਜਿਸ ਦੇ ਸਖਤ ਜ਼ਖਮ ਨਾਲ ਉਹ ਦੈਂਤ ਇਉਂ ਡਿੱਗ ਪਿਆ ਜਿਵੇਂ ਜੜ੍ਹ ਤੋਂ ਪੁੱਟਿਆ ਦਰਖਤ ਡਿੱਗਦਾ ਹੈ। ਫਿਰ ਕਿਸੇ ਸੂਰਮੇ ਨੇ ਵੀ ਉਸ ਰਾਜਕੁਮਾਰੀ ਦੇ ਸਾਹਮਣੇ ਆਉਣ ਦੀ ਇੱਛਾ ਨਾ ਕੀਤੀ। ਜੋ ਚੰਦ ਵਰਗੀ ਸੁੰਦਰ ਰਾਜਕੁਮਾਰੀ ਜੰਗ ਕਰਨ ਲਈ ਮੈਦਾਨ ਵਿੱਚ ਆਈ ਹੋਈ ਸੀ। ਚੀਨ ਦੇ ਬਾਦਸ਼ਾਹ ਨੇ ਆਪਣੇ ਸਿਰ ਤੋਂ ਸੁਨਹਿਰੀ ਤਾਜ ਲਾ ਕੇ ਰੱਖ ਦਿੱਤਾ ਤੇ ਕਾਲੀ ਚੜੇਲ ਨੇ ਆਪਣਾ ਮੂੰਹ ਖੋਲ੍ਹ ਲਿਆ, ਭਾਵ ਸੂਰਜ ਡੁੱਬ ਗਿਆ ਤੇ ਕਾਲੀ ਰਾਤ ਆ ਗਈ। ਤਾਰਿਆਂ ਰੂਪੀ ਫੌਜ ਨੂੰ ਲੈ ਕੇ ਰਾਤ ਆ ਗਈ। ਫਿਰ ਉਸ ਰਾਤ ਨੇ ਦੂਸਰੀ ਤਰ੍ਹਾਂ ਦੀ ਖੇਡ ਆਰੰਭ ਕਰ ਦਿੱਤੀ। ਰਾਜੇ ਆਪੋ ਆਪਣੇ ਡੇਰਿਆਂ ਵਿੱਚ ਆ ਕੇ ਇਸ ਤਰ੍ਹਾਂ ਕਹਿਣ ਲੱਗੇ, ਹਾਏ ਹਾਏ, ਅਫਸੋਸ ਹੈ ਸਾਡੀ ਉਮਰ ਤੇ, ਜ਼ਿੰਦਗੀ ਤੇ, ਜੀਵਨ ਤੇ ਕਿ ਅਸੀਂ ਇਸ ਰਾਜਕੁਮਾਰੀ ਨੂੰ ਫਤਿਹ ਨਹੀਂ ਕਰ ਸਕੇ। ਦੂਜੇ ਦਿਨ ਸੂਰਜ ਇਸ ਤਰ੍ਹਾਂ ਚੜ੍ਹਿਆ ਜਿਵੇਂ ਕੋਈ ਰਾਜਾ ਆਪਣੇ ਤਖਤ ਤੇ ਆਉਂਦਾ ਹੈ। ਦੋਹਾਂ ਪਾਸਿਆਂ ਦੀ ਫੌਜ ਬੜੇ ਜੋਸ਼ ਨਾਲ ਉੱਠ ਖੜੀ ਹੋਈ ਤੇ ਹਰ ਕੋਨੇ ਵਿੱਚੋਂ ਤੀਰ ਤੇ ਬੰਦੂਕਾਂ ਲੈ ਕੇ ਮੈਦਾਨ ਵੱਲ ਤੁਰ ਪਈ। ਭਾਰੀ ਮਾਰ ਕਰਨ ਵਾਲੇ ਤੀਰ ਫਟਾਫਟ ਚੱਲੇ ਤੇ ਸੂਰਮਿਆਂ ਦੀਆਂ ਬਾਹਾਂ ਵਿੱਚ ਜੋਸ਼ ਆ ਗਿਆ। ਜਦ ਸਾਰੀ ਫੌਜ ਜੰਗ ਵਿੱਚ ਮਰ ਗਈ ਤਾਂ ਸਿਰਫ ਇੱਕੋ ਸੁਭੱਟ ਸਿੰਘ ਨਾਂ ਦਾ ਸੂਰਮਾ ਮੈਦਾਨ ਵਿੱਚ ਰਹਿ ਗਿਆ। ਰਾਜਕੁਮਾਰੀ ਨੇ ਸੁਭੱਟ ਸਿੰਘ ਨੂੰ ਕਿਹਾ ਕਿ ਇਹ ਦੁਨੀਆ ਦੇ ਰੁਸਤਮ, ਤੂੰ ਮੇਰੇ ਨਾਲ ਵਿਆਹ ਕਰ ਲੈ, ਜੇ ਨਹੀਂ ਕਰਨਾ ਤਾਂ ਕਮਾਨ ਫੜ ਕੇ ਮੇਰੇ ਨਾਲ ਜੰਗ ਕਰ ਲੈ। ਸੁਭੱਟ ਸਿੰਘ ਭਿਆਨਕ ਸ਼ੇਰ ਵਾਂਗੂ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਕਿ ਯਾਰ ਰਾਜਕੁਮਾਰੀ, ਮੈਂ ਇਸ ਜੰਗ ਵਿੱਚ ਪਿੱਠ ਨਹੀਂ ਦਿਖਾਵਾਂਗਾ, ਬੇਸ਼ੱਕ ਤੂੰ ਯੁੱਧ ਕਰ ਲੈ। ਬੜੇ ਜੋਸ਼ ਨਾਲ ਜੰਗ ਕਰਨ ਲਈ ਸੁਭੱਟ ਸਿੰਘ ਨੇ ਸੰਜੋਗ ਪਹਿਨ ਲਈ ਤੇ ਮਗਰਮੱਛ ਵਾਂਗੂ ਹੱਲਾ ਕਰਨ ਦਾ ਯਤਨ ਕੀਤਾ। ਸੁਭੱਟ ਸਿੰਘ ਵੱਡੇ ਸ਼ੇਰ ਵਾਂਗੂ ਚੱਲ ਕੇ ਰਣਭੂਮੀ ਵਿੱਚ ਆ ਗਿਆ।
ਤੇ ਉਸਨੇ ਕਮਾਨ ਫੜ ਕੇ ਤੀਰਾਂ ਦਾ ਭਾਰੀ ਮੀਂਹ ਵਰਾ ਦਿੱਤਾ। ਸੁਭੱਟ ਸਿੰਘ ਨੇ ਸੱਜੇ ਖੱਬੇ ਵਾਰ ਕੀਤੇ, ਫਿਰ ਵਿੰਗੇ ਤੇ ਸਿੱਧੇ ਢੰਗ ਨਾਲ ਵੀ ਮੁਕਾਬਲਾ ਕੀਤਾ। ਉਸ ਦੇ ਹੱਥ ਵਿੱਚ ਚੀਨ ਦੇਸ਼ ਦਾ ਬਣਿਆ ਤੀਰ ਕਮਾਨ ਸੀ, ਜਿਸ ਦੀ ਕੜ ਦੀ ਆਵਾਜ਼ ਆਕਾਸ਼ ਤੱਕ ਗੂੰਜ ਉੱਠੀ। ਰਾਜਕੁਮਾਰੀ ਨੇ ਹੱਥ ਵਿੱਚ ਤੇਜਾ ਜਿਸ ਨੂੰ ਵੱਜਿਆ ਉਹ 2 ਟੁਕੜੇ ਜਾਂ 4 ਟੁਕੜੇ ਹੋ ਗਿਆ। ਦੋਵੇਂ ਇੱਕ ਦੂਜੇ ਨੂੰ ਇਸ ਤਰ੍ਹਾਂ ਚੰਬੜ ਗਏ ਜਿਵੇਂ ਬਾਜ ਆਪਣੇ ਸ਼ਿਕਾਰ ਨੂੰ ਚੁੰਬੜਦਾ ਹੈ, ਜਿਵੇਂ ਲਾਲ ਰੰਗ ਦਾ ਵੱਡਾ ਸੱਪ ਸੂਰਮੇ ਨੂੰ ਚੁੰਬੜਿਆ ਹੋਵੇ। ਤੀਰਾਂ ਤੇ ਗੋਲੀਆਂ ਦੀ ਅਜਿਹੀ ਮਾਰ ਪਈ ਕਿ ਧਰਤੀ ਮੁਰਦਿਆਂ ਦੇ ਲਹੂ ਨਾਲ ਲਾਲ ਰੰਗ ਦੀ ਹੋ ਗਈ। ਸਾਰਾ ਦਿਨ ਦੋਹਾਂ ਸੂਰਮਿਆਂ ਨੇ ਤੀਰਾਂ ਦੀ ਵਰਖਾ ਕੀਤੀ, ਪਰ ਕਿਸੇ ਨੂੰ ਵੀ ਸਫਲਤਾ ਪ੍ਰਾਪਤ ਨਾ ਹੋਈ, ਭਾਵ ਦੋਹਾਂ ਵਿੱਚੋਂ ਕੋਈ ਵੀ ਜਿੱਤ ਨਾ ਸਕਿਆ। ਯੁੱਧ ਵਿੱਚ ਦੋਵੇਂ ਸੂਰਮੇ ਥੱਕ ਕੇ ਚੂਰ ਹੋ ਗਏ ਤੇ ਦੋਵੇਂ ਉਜਾੜ ਯੁੱਧ ਖੇਤਰ ਵਿੱਚ ਡਿੱਗ ਪਏ। ਗਰਮ ਸੁਭਾਅ ਦੇ ਬਾਦਸ਼ਾਹ ਨੇ ਆਪਣੇ ਚਿਹਰੇ ਤੇ ਢਾਲ ਰੱਖ ਲਈ ਤੇ ਦੂਸਰਾ ਸੀਤਲ ਸੁਭਾਅ ਵਾਲਾ ਬਾਦਸ਼ਾਹ ਆ ਗਿਆ, ਭਾਵ ਸੂਰਜ ਡੁੱਬ ਗਿਆ ਤੇ ਚੰਦਰਮਾ ਨਿਕਲ ਆਇਆ। ਇਸ ਜੰਗ ਵਿੱਚ ਕਿਸੇ ਨੂੰ ਵੀ ਜਿੱਤ ਪ੍ਰਾਪਤ ਨਹੀਂ ਹੋਈ ਅਤੇ ਅੰਤ ਵਿੱਚ ਮੁਰਦਿਆਂ ਵਾਂਗੂ ਦੋਵੇਂ ਹੀ ਮੈਦਾਨ ਵਿੱਚ ਡਿੱਗ ਪਏ। ਦੂਜੇ ਦਿਨ ਦੋਵੇਂ ਯੁੱਧ ਕਰਨ ਲਈ ਉੱਠ ਖੜੇ ਹੋਏ ਤੇ ਉੱਠਦਿਆਂ ਹੀ ਮਗਰਮੱਛ ਵਾਂਗੂ ਦੋਵੇਂ ਇੱਕ ਦੂਜੇ ਨਾਲ ਭਿੜ ਪਏ। ਯੁੱਧ ਵਿੱਚ ਦੋਵਾਂ ਦੇ ਸਰੀਰ ਕੁੱਬੇ ਹੋ ਗਏ, ਛਾਤੀਆਂ ਲਾਲ ਹੋ ਗਈਆਂ, ਭਾਵ ਦੋਹਾਂ ਦੇ ਸਰੀਰ ਖੂਨ ਨਾਲ ਲਾਲੋ ਲਾਲ ਹੋ ਗਏ। ਰਣ ਖੇਤਰ ਵਿੱਚ ਆ ਕੇ ਕਾਲੇ ਸੂਰਮੇ ਨੱਚ ਪਏ ਅਤੇ ਬਗੰਸ ਦੇਸ਼ ਦੇ ਚੀਨੇ ਘੋੜੇ ਚੀਤਿਆਂ ਵਾਂਗ ਛਾਲਾਂ ਮਾਰਨ ਲੱਗੇ। ਡੱਬ ਖੜਬੇ, ਕਾਲੇ ਗਦਰੇ ਤੇ ਚਿੱਤਰ ਮਿੱਤਰੇ ਘੋੜੇ ਮੋਰ ਵਾਂਗੂ ਨੱਚਣ ਲੱਗੇ, ਭਾਵ ਕਈ ਰੰਗਾਂ ਦੇ ਘੋੜੇ ਜੰਗ ਵਿੱਚ ਕੁੱਦਣ ਲੱਗੇ। ਜੰਗ ਵਿੱਚ ਤੀਰਾਂ ਦੀ ਮਾਰ ਨਾਲ ਸੰਜੋਆ ਟੋਪ ਤੇ ਘੋੜਿਆਂ ਦੇ ਕਵਚ ਟੁਕੜੇ ਟੁਕੜੇ ਹੋ ਗਏ। ਜੰਗ ਵਿੱਚ ਤੀਰਾਂ ਦੀ ਅਜਿਹੀ ਵਰਖਾ ਹੋਈ ਕਿ ਸੰਜੋਆ ਵਿੱਚੋਂ ਅੱਗ ਦੇ ਚੰਗਿਆੜੇ ਨਿਕਲਣ ਲੱਗ ਪਏ। ਜੰਗ ਵਿੱਚ ਸ਼ੇਰਾਂ ਵਰਗੇ ਸੂਰਮਿਆਂ ਦੇ ਘੋੜੇ ਨੱਚਣ ਕੁੱਦਣ ਲੱਗੇ। ਉਹਨਾਂ ਦੇ ਖੁਰਾਂ ਨਾਲ ਧਰਤੀ ਚਿੱਤਰੇ ਦੀ ਪਿੱਠ ਵਰਗੀ ਡੱਬ ਖੜੱਬੀ ਹੋ ਗਈ। ਤੀਰਾਂ ਦੀ ਵਰਖਾ ਨਾਲ ਅੱਗ ਭਾਵ ਕਿ ਗਰਮੀ ਇੰਨੀ ਤੇਜ਼ ਹੋ ਗਈ ਕਿ ਸੂਰਮਿਆਂ ਦੀ ਅਕਲ, ਹੋਸ਼ ਤੇ ਦਿਮਾਗ ਟਿਕਾਣੇ ਨਾ ਰਿਹਾ। ਉਹ ਦੋਵੇਂ ਜੰਗ ਵਿੱਚ ਅਜਿਹੇ ਉਲਝੇ ਕਿ ਮਿਆਨਾਂ ਵਿੱਚੋਂ ਤਲਵਾਰਾਂ ਚਲੀਆਂ ਗਈਆਂ ਤੇ ਪੱਥਿਆਂ ਵਿੱਚੋਂ ਤੀਰ ਖਤਮ ਹੋ ਗਏ, ਭਾਵ ਤਲਵਾਰਾਂ ਟੁੱਟ ਗਈਆਂ ਤੇ ਮਿਆਨ ਖਾਲੀ ਰਹਿ ਗਏ ਤੇ ਤੀਰ ਵੀ ਮੁੱਕ ਗਏ। ਦੋਵਾਂ ਨੇ ਜੰਗ ਕਰਦਿਆਂ ਸਵੇਰ ਤੋਂ ਸ਼ਾਮ ਤੱਕ ਰੋਟੀ ਵੀ ਨਾ ਖਾਧੀ। ਆਖਰ ਬੇਹੋਸ਼ ਹੋ ਕੇ ਦੋਵੇਂ ਡਿੱਗ ਪਏ। ਉਹ ਦੋਵੇਂ ਜੰਗ ਕਰਦਿਆਂ ਕਰਦਿਆਂ ਥੱਕ ਗਏ। ਉਹਨਾਂ ਨੇ 2 ਸ਼ੇਰਾਂ, 2 ਚੀਤਿਆਂ ਅਤੇ 2 ਬਾਜਾਂ ਵਾਂਗ ਭਿਆਨਕ ਯੁੱਧ ਕੀਤਾ। ਇੰਨੇ ਵਿੱਚ ਹਬਸ਼ ਦੇਸ਼ ਦਾ ਕਾਲਾ ਚੋਰ ਸੋਨੇ ਦੀ ਮੋਹਰ ਨੂੰ ਚੁਰਾ ਕੇ ਲੈ ਗਿਆ। ਜਹਾਨ ਧੂਏ ਤੇ ਕੱਟੇ ਦੇ ਬੁਰਜ ਵਾਂਗੂ ਹੋ ਗਿਆ, ਭਾਵ ਸੂਰਜ ਅਸਤ ਹੋ ਗਿਆ ਤੇ ਸਾਰੇ ਸੰਸਾਰ ਵਿੱਚ ਹਨੇਰਾ ਪਸਰ ਗਿਆ। ਤੀਜੇ ਦਿਨ ਸੂਰਜ ਆਪਣੇ ਪ੍ਰਕਾਸ਼ ਰੂਪੀ ਖੂੰਡੀ ਨਾਲ ਰਾਤ ਰੂਪੀ ਗੇਂਦ ਨੂੰ ਲੈ ਗਿਆ ਤੇ ਸਾਰਾ ਜਹਾਨ ਚੰਦਰਮਾ ਦੇ ਪ੍ਰਕਾਸ਼ ਵਾਂਗੂ ਪ੍ਰਕਾਸ਼ਵਾਨ ਹੋ ਗਿਆ, ਭਾਵ ਸੂਰਜ ਉਦੇ ਹੋ ਗਿਆ ਤੇ ਰਾਤ ਦਾ ਹਨੇਰਾ ਜੋ ਸੀ ਉਹ ਦੂਰ ਹੋ ਗਿਆ। ਦੋਹਾਂ ਪਾਸਿਆਂ ਦੇ ਸੂਰਮੇ ਜੰਗ ਵਿੱਚ ਜਾਣ ਲਈ ਉੱਠ ਖਲੋਤੇ ਤੇ ਉਹਨਾਂ ਹਰ ਪਾਸੇ ਤੀਰ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜੰਗ ਜਦੋਂ ਅੱਗ ਵਾਂਗੂ ਬਹੁਤ ਮੱਚ ਉੱਠਿਆ ਤਾਂ ਉਸ ਜੰਗ ਵਿੱਚ 12,000 ਹਾਥੀ ਕੰਮ ਆ ਗਏ, ਭਾਵ ਮਰ ਗਏ। ਉਸ ਜੰਗ ਵਿੱਚ 7 ਲੱਖ ਘੋੜੇ ਤੇ ਬਹੁਤ ਸਾਰੇ ਸੋਹਣੇ ਸੋਹਣੇ ਤੇ ਨਾਮੀ ਜਵਾਨ ਮਰ ਗਏ। ਸਿੰਧ, ਅਰਬ ਅਤੇ ਇਰਾਕ ਦੇਸ਼ ਦੇ ਹਵਾ ਨਾਲੋਂ ਤੇਜ਼ ਚੱਲਣ ਵਾਲੇ ਘੋੜੇ ਰਣ ਖੇਤਰ ਵਿੱਚ ਮਾਰੇ ਗਏ। ਯੁੱਧ ਵਿੱਚ ਬਹੁਤ ਸੋਹਣੇ ਸੋਹਣੇ ਸ਼ੇਰਾਂ ਵਰਗੇ ਸਰਦਾਰ ਮਰ ਗਏ, ਜੋ ਜੰਗ ਕਰਨ ਵਿੱਚ ਬੜੇ ਦਲੇਰ ਸਨ। ਗਰਜਦੇ ਹੋਏ 2 ਕਾਲੇ ਬੱਦਲ ਆਏ। ਉਹਨਾਂ ਦੇ ਖੂਨ ਦੀਆਂ ਬੂੰਦਾਂ ਪਤਾਲ ਤੱਕ ਤੇ ਤਲਵਾਰ ਦੀ ਚਮਕ ਚੰਦਰਮਾ ਤੱਕ ਪਹੁੰਚ ਗਈ, ਭਾਵ ਲਹੂ ਦੀਆਂ ਬੂੰਦਾਂ ਪਤਾਲ ਤੱਕ ਪੁੱਜੀਆਂ ਤੇ ਤਲਵਾਰ ਦੀ ਚਮਕ ਆਕਾਸ਼ ਤੱਕ ਪਹੁੰਚੀ, ਅਰਥਾਤ ਇਸ ਯੁੱਧ ਦੀ ਖਬਰ ਪਤਾਲ ਤੋਂ ਲੈ ਕੇ ਸਵਰਗ ਤੱਕ ਪਹੁੰਚ ਗਈ। ਜੰਗ ਵਿੱਚ ਸੂਰਮਿਆਂ ਦਾ ਰੌਲਾ ਗੌਲਾ ਮਚਿਆ ਤੇ ਘੋੜਿਆਂ ਦੇ ਸੁਮਾਂ ਨਾਲ ਧਰਤੀ ਕੁਰਲਾ ਉੱਠੀ, ਭਾਵ ਘੋੜਿਆਂ ਦੀ ਭੱਜ ਨੱਠ ਨਾਲ ਧਰਤੀ ਕੰਬਣ ਲੱਗੀ। ਹਵਾ ਦੀ ਚਾਲ ਚੱਲਣ ਵਾਲੇ ਘੋੜਿਆਂ ਦੀਆਂ ਫੌਲਾਦੀ ਖੁਰੀਆਂ ਨਾਲ ਧਰਤੀ ਦੀ ਪਿੱਠ ਚੀਤਿਆਂ ਦੇ ਰੰਗ ਵਰਗੀ ਡੱਬ ਖੜੱਬੀ ਹੋ ਗਈ। ਜਹਾਨ ਦੇ ਦੀਵੇ ਨੇ ਸ਼ਰਾਬ ਦਾ ਪਿਆਲਾ ਪੀ ਲਿਆ ਤੇ ਬੇਸੁਰਤ ਹੋ ਕੇ ਸੌਂ ਗਿਆ ਤੇ ਆਪਣੇ ਸਿਰ ਦਾ ਤਾਜ ਆਪਣੇ ਭਰਾ ਦੇ ਹਵਾਲੇ ਕਰ ਦਿੱਤਾ, ਭਾਵ ਕਿ ਸੂਰਜ ਡੁੱਬ ਗਿਆ ਤੇ ਚੰਦ ਚੜ੍ਹ ਆਇਆ। ਚੌਥੇ ਦਿਨ ਸੂਰਜ ਤਪਿਆ ਤੇ ਉਸਨੇ ਆਪਣੀਆਂ ਸੁਨਹਿਰੀ ਕਿਰਨਾਂ ਦਾ ਪ੍ਰਕਾਸ਼ ਬੜੀ ਸ਼ਾਨ ਨਾਲ ਧਰਤੀ ਦੇ ਉੱਤੇ ਸੁੱਟਿਆ। ਫਿਰ ਸੂਰਮਿਆਂ ਨੇ ਦੂਜੇ ਢੰਗ ਨਾਲ ਕਮਰ ਕੱਸੇ ਕਰ ਲਏ, ਹੱਥ ਵਿੱਚ ਜਮਨ ਦੇਸ਼ ਦੀਆਂ ਕਮਾਨਾਂ ਫੜ ਲਈਆਂ ਤੇ ਮੂੰਹ ਅੱਗੇ ਢਾਲਾਂ ਕਰ ਲਈਆਂ। ਜਦੋਂ ਸੂਰਮੇ ਹੋਸ਼ ਵਿੱਚ ਆਏ ਤਦ ਉਹਨਾਂ ਨੂੰ ਜੰਗ ਕਰਨ ਲਈ ਰੋਹ ਚੜ੍ਹ ਗਿਆ। ਚੀਤੇ ਵਾਂਗੂ ਕ੍ਰੋਧਵਾਨ ਹੋ ਕੇ ਉਹ ਯੁੱਧ ਕਰਨ ਲੱਗੇ। ਚੌਥੇ ਦਿਨ ਦੇ ਜੰਗ ਵਿੱਚ 10,000 ਹਾਥੀ ਤੇ ਨੀਲ ਦਰਿਆ ਵਾਂਗੂ ਤੇਜ਼ ਚੱਲਣ ਵਾਲੇ 12,000 ਘੋੜੇ ਮਾਰੇ ਗਏ। ਇਸ ਦਿਨ ਦੇ ਜੰਗ ਵਿੱਚ 3 ਲੱਖ ਪੈਦਲ ਸਿਪਾਹੀ ਮਾਰੇ ਗਏ, ਜੋ ਸ਼ੇਰਾਂ ਵਰਗੇ ਜਵਾਨ ਤੇ ਜੰਗ ਵਿੱਚ ਪਰਖੇ ਹੋਏ ਸੂਰਮੇ ਸਨ। 4,000 ਰੱਥ ਯੁੱਧ ਦੌਰਾਨ ਟੁਕੜੇ ਟੁਕੜੇ ਕਰ ਦਿੱਤੇ ਗਏ। ਸ਼ੇਰਾਂ ਨੂੰ ਮਾਰ ਦੇਣ ਦੀ ਸ਼ਕਤੀ ਰੱਖਣ ਵਾਲੇ ਯੋਧੇ, ਜੋ ਜੰਗ ਵਿੱਚ ਬੜੇ ਨਿਪੁੰਨ ਅਤੇ ਪੱਕੇ ਸਨ, ਉਹ ਵੀ ਮਾਰੇ ਗਏ। ਰਾਜਕੁਮਾਰੀ ਬਚਿੱਤਰਾਮਤੀ ਨੇ 4 ਤੀਰ ਮਾਰ ਕੇ ਸੁਭੱਟ ਸਿੰਘ ਦੇ 4 ਘੋੜੇ ਮਾਰ ਦਿੱਤੇ ਅਤੇ 1 ਤੀਰ ਰਥਵਾਈ ਦੇ ਸਿਰ ਵਿੱਚ ਮਾਰ ਕੇ ਉਸ ਨੂੰ ਵੀ ਮਾਰ ਦਿੱਤਾ। ਤੀਜੀ ਵਾਰੀ ਰਾਜਕੁਮਾਰੀ ਨੇ ਸੁਭੱਟ ਸਿੰਘ ਨੂੰ ਦੋਹਾਂ ਭਰਵੱਟਿਆਂ ਦੇ ਵਿਚਕਾਰ ਤੀਰ ਮਾਰਿਆ। ਉਸ ਤੀਰ ਦੇ ਲੱਗਣ ਨਾਲ ਸੁਭੱਟ ਸਿੰਘ ਇਸ ਤਰ੍ਹਾਂ ਤੜਫਿਆ ਜਿਵੇਂ ਸੱਪ ਖਜ਼ਾਨੇ ਤੋਂ ਹਟਾਉਣ ਤੇ ਤੜਫਦਾ ਹੈ। ਰਾਜਕੁਮਾਰੀ ਨੇ ਸੁਭੱਟ ਸਿੰਘ ਨੂੰ ਚੌਥਾ ਤੀਰ ਮਾਰਿਆ, ਜਿਸ ਦੇ ਲੱਗਣ ਨਾਲ ਉਸ ਨੂੰ ਹੋਸ਼ ਨਾ ਰਹੀ ਅਤੇ ਉਹ ਬੇਸੁਰਤ ਹੋ ਗਿਆ। ਉਸ ਦਾ ਭੁਲੇਖਾ ਦੂਰ ਹੋ ਗਿਆ ਤੇ ਉਸ ਨੂੰ ਪ੍ਰਾਣ ਦੀ ਯਾਦ ਵੀ ਨਾ ਰਹੀ। ਰਾਜਕੁਮਾਰੀ ਨੇ ਜਦ ਚੌਥਾ ਤੀਰ ਮਾਰਿਆ ਤਾਂ ਉਹ ਉਸ ਦੀ ਸ਼ਾਹ ਰਗ 'ਤੇ ਲੱਗਾ ਤੇ ਉਹ ਧਰਤੀ 'ਤੇ ਡਿੱਗ ਪਿਆ। ਰਾਜਕੁਮਾਰੀ ਨੇ ਜਾਣ ਲਿਆ ਕਿ ਇਹ ਪੁਰਸ਼ ਅਦਮੋਇਆ ਹੋ ਗਿਆ ਹੈ ਅਤੇ ਮਸਤ ਸ਼ੇਰ ਵਾਂਗੂ ਜ਼ਮੀਨ 'ਤੇ ਡਿੱਗ ਪਿਆ। ਸੁਭੱਟ ਸਿੰਘ ਨੂੰ ਬੇਸੁਰਤ ਵੇਖ ਕੇ ਉਹ ਕੋਮਲ ਸਰੀਰ ਵਾਲੀ ਰਾਜਕੁਮਾਰੀ ਰੱਥ ਤੋਂ ਬਾਹਰ ਨਿਕਲ ਆਈ ਤੇ ਪੁਤਲੀ ਵਾਂਗੂ ਤੁਰ ਕੇ ਸੁਭੱਟ ਸਿੰਘ ਦੇ ਕੋਲ ਆ ਗਈ। ਰਾਜਕੁਮਾਰੀ ਨੇ ਆਪਣੇ ਹੱਥ ਵਿੱਚ ਪਾਣੀ ਦਾ ਇੱਕ ਪਿਆਲਾ ਲਿਆ
ਤੇ ਉਕਾਬ ਵਾਂਗੂ ਉੱਡ ਕੇ ਫੁਰਤੀ ਨਾਲ ਸੁਭੱਟ ਸਿੰਘ ਦੇ ਨੇੜੇ ਆਈ। ਰਾਜਕੁਮਾਰੀ ਨੇ ਸੁਭੱਟ ਸਿੰਘ ਦੇ ਕੋਲ ਆ ਕੇ ਕਿਹਾ, ਐ ਅਲੌਕਿਕ ਸੂਰਬੀਰ ਬਾਦਸ਼ਾਹ, ਤੂੰ ਇਸ ਖੂਨ ਦੇ ਘੱਟੇ ਵਿੱਚ ਕਿਉਂ ਸੁੱਤਾ ਪਿਆ ਹੈ? ਹੇ ਮੇਰੀ ਜਾਨ ਤੋਂ ਪਿਆਰੇ ਨੌਜਵਾਨ, ਮੈਂ ਇਸ ਵੇਲੇ ਤੇਰੇ ਦਰਸ਼ਨ ਕਰਨ ਲਈ ਆਈ। ਰਾਜਕੁਮਾਰੀ ਦੀ ਗੱਲ ਸੁਣ ਕੇ ਸੁਭੱਟ ਸਿੰਘ ਨੇ ਕਿਹਾ, ਇਹ ਚੰਗੇ ਭਾਗਾਂ ਵਾਲੀ ਇਸਤਰੀ, ਤੂੰ ਇਸ ਭਿਆਨਕ ਜਗ੍ਹਾ 'ਤੇ ਕਿਉਂ ਆਈ ਹੈ? ਰਾਜਕੁਮਾਰੀ ਨੇ ਕਿਹਾ ਕਿ ਮੈਂ ਇਸ ਲਈ ਇੱਥੇ ਆਈ ਹਾਂ ਕਿ ਤੂੰ ਮਰ ਗਿਆ ਹੋਵੇਂ ਤਾਂ ਮੈਂ ਤੇਰੀ ਲਾਸ਼ ਲੈ ਆਵਾਂ, ਜੇ ਤੂੰ ਜਿਉਂਦਾ ਹੋਵੇਂ ਤਾਂ ਮੈਂ ਪਰਮਾਤਮਾ ਦਾ ਸ਼ੁਕਰੀਆ ਕਰਾਂ। ਰਾਜਕੁਮਾਰੀ ਦੇ ਬਚਨ ਸੁਭੱਟ ਸਿੰਘ ਨੂੰ ਬਹੁਤ ਚੰਗੇ ਲੱਗੇ ਤੇ ਉਸਨੇ ਕਿਹਾ ਕਿ ਹੇ ਚਾਂਦੀ ਵਰਗੇ ਰੰਗ ਵਾਲੀ ਕੋਮਲ ਇਸਤਰੀ, ਜੇ ਤੂੰ ਚਾਹੁੰਦੀ ਹੈ ਮੈਨੂੰ ਦੱਸ, ਤੂੰ ਕੀ ਚਾਹੁੰਦੀ ਹੈ, ਤੂੰ ਮੈਨੂੰ ਦੱਸ ਤਾਂ ਕਿ ਉਹ ਕੁਝ ਮੈਂ ਤੈਨੂੰ ਦੇ ਦੇਵਾਂ। ਹੇ ਸ਼ੇਰ ਦਿਲ ਇਸਤਰੀ, ਮੈਂ ਤੇਰਾ ਗੁਲਾਮ ਹਾਂ। ਰਾਜਕੁਮਾਰੀ ਨੇ ਕਿਹਾ ਕਿ ਹੇ ਯੁੱਧ ਰੂਪੀ ਕਠਿਨ ਕੰਮ ਕਰਨ ਵਾਲੇ ਸੂਰਮੇ, ਤੁਸੀਂ ਮੈਨੂੰ ਆਪਣੀ ਪਤਨੀ ਬਣਾ ਕੇ ਚੰਗੇ ਭਾਗਾਂ ਵਾਲੀ ਕਰੋ। ਸੁਭੱਟ ਸਿੰਘ ਨੇ ਦੋਵੇਂ ਅੱਖਾਂ ਖੋਲ੍ਹੀਆਂ ਤੇ ਪਛਤਾਵੇ ਨਾਲ ਆਪਣੇ ਪੈਰ ਜ਼ਮੀਨ 'ਤੇ ਮਾਰੇ। ਫਿਰ ਉਸਨੇ ਪੁਰਾਤਨ ਬਾਦਸ਼ਾਹਾਂ ਵਾਲੀ ਮਰਿਆਦਾ ਕੀਤੀ। ਰਾਜਕੁਮਾਰੀ ਸੁਭੱਟ ਸਿੰਘ ਨੂੰ ਰੱਥ ਉੱਤੇ ਪਾ ਕੇ ਆਪਣੇ ਘਰ ਲੈ ਆਈ। ਉਸ ਦੇ ਪਿਤਾ ਬਾਦਸ਼ਾਹ ਨੇ ਖੁਸ਼ੀ ਨਾਲ ਨਗਾਰੇ ਵਜਾਏ। ਬਾਜਾਂ ਦੀ ਆਵਾਜ਼ ਸੁਣ ਕੇ ਸੁਭੱਟ ਸਿੰਘ ਹੋਸ਼ ਵਿੱਚ ਆਇਆ। ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਕਿਹਾ, ਮੈਨੂੰ ਕਿਸ ਦੇ ਘਰ ਵਿੱਚ ਲਿਆ ਕੇ ਰੱਖਿਆ ਗਿਆ ਹੈ? ਰਾਜਕੁਮਾਰੀ ਨੇ ਕਿਹਾ ਕਿ ਮੈਂ ਤੁਹਾਨੂੰ ਜੰਗ ਵਿੱਚ ਜਿੱਤ ਕੇ ਪ੍ਰਾਪਤ ਕੀਤਾ ਹੈ। ਜੰਗ ਵਿੱਚ ਹੀ ਮੈਂ ਤੁਹਾਨੂੰ ਪਤੀ ਰੂਪ ਵਿੱਚ ਪ੍ਰਾਪਤ ਕੀਤਾ ਹੈ। ਸੁਭੱਟ ਸਿੰਘ ਆਪਣੇ ਵਿਅਰਥ ਕਹੇ ਬਚਨਾਂ 'ਤੇ ਬੜਾ ਪਰੇਸ਼ਾਨ ਭਾਵ ਸ਼ਰਮਿੰਦਾ ਹੋਇਆ। ਫਿਰ ਉਸਨੇ ਕਿਹਾ ਕਿ ਹੇ ਰਾਜਕੁਮਾਰੀ, ਤੂੰ ਜੋ ਕੁਝ ਕਹੇ ਮੈਨੂੰ ਪ੍ਰਵਾਨ ਹੈ। ਇਸ ਹਕਾਇਤ ਰਾਹੀਂ ਸਤਿਗੁਰੂ ਜੀ ਔਰੰਗਜ਼ੇਬ ਨੂੰ ਸੰਬੋਧਿਤ ਕਰਦੇ ਹੋਏ ਇਹ ਉਪਦੇਸ਼ ਦਿੰਦੇ ਹਨ ਕਿ ਐ ਔਰੰਗਜ਼ੇਬ, ਦੇਖ ਇੱਕ ਰਾਜਕੁਮਾਰੀ ਨੇ ਆਪਣੇ ਪ੍ਰਣ ਨੂੰ ਕਿਸ ਦ੍ਰਿੜਤਾ ਨਾਲ ਨਿਭਾਇਆ। ਰਾਜਕੁਮਾਰੀ ਨੇ ਸੁਭੱਟ ਸਿੰਘ ਸੂਰਮੇ ਨੂੰ ਆਪਣਾ ਪਤੀ ਬਣਾਉਣਾ ਚਾਹਿਆ, ਪਰ ਉਸਨੇ ਇਨਕਾਰ ਕਰ ਦਿੱਤਾ। ਫਿਰ ਉਸਨੇ ਸੁਭੱਟ ਸਿੰਘ ਨਾਲ ਜੰਗ ਕਰਕੇ ਉਸ ਨੂੰ ਜਿੱਤਿਆ ਤੇ ਆਪਣਾ ਬਚਨ ਪੂਰਾ ਕੀਤਾ। ਸੁਭੱਟ ਸਿੰਘ ਆਪਣਾ ਬਚਨ ਹਾਰ ਕੇ ਬਹੁਤ ਪਛੇਮਾਨ ਹੋਇਆ, ਭਾਵ ਕਿ ਸ਼ਰਮਿੰਦਾ ਹੋਇਆ। ਸੱਚੇ ਸੂਰਮਿਆਂ ਦੇ ਇਹੋ ਲੱਛਣ ਹੁੰਦੇ ਹਨ। ਐ ਔਰੰਗਜ਼ੇਬ, ਤੂੰ ਨਾ ਤਾਂ ਰਾਜਕੁਮਾਰੀ ਵਾਂਗੂ ਆਪਣੇ ਬਚਨਾਂ 'ਤੇ ਪੂਰਾ ਉਤਰਿਆ ਹੈ ਤੇ ਨਾ ਹੀ ਸੁਭੱਟ ਸਿੰਘ ਵਾਂਗੂ ਬਚਨ ਹਾਰਨ 'ਤੇ ਸ਼ਰਮਿੰਦਾ ਹੋਇਆ ਹੈ। ਸੋ ਤੇਰੇ ਵਿੱਚ ਕੋਈ ਵੀ ਗੁਣ ਨਹੀਂ। ਤੂੰ ਝੂਠਾ ਦੀਨਦਾਰ ਤੇ ਖੁਦਾ ਪ੍ਰਸਤ ਖਵਾਉਂਦਾ ਹੈ। ਔਰੰਗਜ਼ੇਬ ਨੂੰ ਇਸ ਹਕਾਇਤ ਰਾਹੀਂ ਸਿੱਖਿਆ ਦੇ ਕੇ ਗੁਰੂ ਜੀ ਆਪਣੇ ਸਤਿਗੁਰ ਅੱਗੇ ਨਾਮ ਦੀ ਦਾਤ ਲੈਣ ਲਈ ਬੇਨਤੀ ਕਰਦੇ ਹਨ। ਹੇ ਸਤਿਗੁਰੂ ਜੀ, ਮੈਨੂੰ ਆਪਣੇ ਨਾਮ ਦਾ ਪਿਆਲਾ ਬਖਸ਼ੋ ਜੋ ਮੈਨੂੰ ਹਰ ਸਮੇਂ ਚਾਹੀਦਾ ਹੈ। ਹੇ ਸਤਿਗੁਰੂ, ਤੁਸੀਂ ਮੈਨੂੰ ਹਰੀ ਨਾਮ ਦਾ ਪਿਆਲਾ ਬਖਸ਼ੋ ਤਾਂ ਕਿ ਮੇਰਾ ਮਨ ਪ੍ਰਸੰਨ ਹੋਵੇ ਤੇ ਮੈਂ ਇਸ ਚਿੱਕੜ ਵਿਕਾਰਾਂ ਨਾਲ ਗੰਦੇ ਹੋਏ ਸਰੀਰ ਵਿੱਚੋਂ ਆਤਮਾ ਰੂਪੀ ਮੋਤੀ ਨੂੰ ਕੱਢ ਲਿਆਵਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਥੇ ਹਕਾਇਤ ਚੌਥੀ ਸਮਾਪਤ ਹੁੰਦੀ ਹੈ। ਸਾਧ ਸੰਗਤ ਜੀਓ, ਕਥਾ ਵਿਚਾਰਾਂ ਕਰਦਿਆਂ 10 ਕੋਲੋਂ ਅਨੇਕ ਭੁੱਲਾਂ ਹੋ ਜਾਂਦੀਆਂ ਨੇ। ਸੋ ਆਪ ਬਖਸ਼ਣਹਾਰ ਹੋ। ਸਾਧ ਸੰਗਤ ਬਖਸ਼ਣਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।